کہ गुज्जर ही ठेकेदार है, कोई दूसरा ठेकेदार नहीं है, कोई दूसरा शहर में रहने के लिए तैयार ही नहीं है। नौकर है तो गुज्जर है, ठेकेदार है तो गुज्जर है, एमपी है तो गुज्जर है, स्पेशल सीटें हैं तो गुज्जर के अलावा कोई नहीं, कोई सुला नहीं है, किसी सूरत सुला नहीं है। ये आपने एक बात की थी, मैं आपकी तायद कर रहा हूँ, जफर यासिन साहब और असमार अकरम साहब, चौधरी अमीन साहब और आप तमाम दोस्तों की तायद कर रहा हूँ कि इंशाल्लाह कोई सुला नहीं है। अब हम लड़ेंगे इंशाल्लाह। आए आप बंदात खुला ਅਸੀਂ ਅਗਲੇ 10 ਦਿਨ ਦੇ ਵਿੱਚ ਇੱਕ ਬੜੀ ਗੈਦਰਿੰਗ ਰੱਖਾਂਗੇ ਇਨਸ਼ਾਅੱਲਾ ਤਾਲਾ। ਸ਼ਹਿਰ ਦੇ ਜਿਹੜੇ ਅਸੀਂ 1000 ਲੋਕਾਂ ਦਾ ਇਜਤਮਾ ਕਰਾਂਗੇ, ਉਹਨਾਂ ਦੀ ਅਕਸਰੀਅਤ ਰਾਏ ਦੇ ਨਾਲ ਅਸੀਂ ਫਿਰ ਆਪਣਾ ਨੁਮਾਇੰਦਾ ਮੁੰਤਖਬ ਕਰਾਂਗੇ ਇਨਸ਼ਾਅੱਲਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ। ਇਲੈਕਸ਼ਨ ਨੂੰ ਬਾਕੀ ਰਹਿ ਗਏ ਨੇ 2.5 ਮਹੀਨੇ, ਯਾਨੀ ਵਫਾਕ ਔਰ ਸੂਬਾਈ ਜਿਹੜੇ ਹਕੂਮਤਾਂ ਬਣਨ ਵਾਸਤੇ ਬਾਕੀ ਰਹਿ ਗਏ ਨੇ ਸਿਰਫ 2.5 ਮਹੀਨੇ, ਔਰ 8 ਫਰਵਰੀ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ। ਜਦਕਿ ਤਮਾਮ ਪਾਰਟੀਆਂ ਜੋੜੋ ਤੋੜ ਵਿੱਚ ਦੀ ਗੱਲ ਇਸ ਵੇਲੇ ਮਸ਼ਗੂਲ ਨੇ, ਉਮੀਦਵਾਰਾਂ ਦੇ ਜਿਹੜੇ ਚੁਣਾਵ ਵੀ ਹੋ ਰਿਹਾ, ਲੇਕਿਨ ਰਹੀਮੀਆਂ ਖਾਂ ਦੇ ਵਿੱਚ ਇੱਥੇ ਸਿਆਸੀ ਪਾਰਟੀਆਂ ਦੇ ਆਪਸ ਜੋੜ ਤੋੜ ਦੇ ਬਜਾਏ ਜਿਹੜੀਆਂ ਪਾਰਟੀਆਂ ਦੇ ਅੰਦਰੂਨੀ ਜੋੜ ਤੋੜ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਸ ਵੇਲੇ ਮਿਹਨਤ ਹੋ ਰਹੀ ਹੈ ਔਰ ਬਹੁਤ ਜ਼ਿਆਦਾ ਇਖਤਲਾਫਾਤ ਪਾਏ ਜਾ ਰਹੇ ਨੇ। ਖਾਸ ਤੌਰ 'ਤੇ ਮੁਸਲਿਮ ਲੀਗ ਨੂਨ ਦੇ ਵਿੱਚ ਅੱਜ ਤੋਂ ਕੋਈ 15-20 ਦਿਨ ਪਹਿਲੇ ਇਖਤਲਾਫ ਸਾਹਮਣੇ ਆਇਆ ਕਿ ਸ਼ਹਿਰ ਰਹੀਮੀਆਂ ਖਾਂ ਦੇ ਬੇਸ਼ੁਮਾਰ ਕੌਂਸਲਰ ਜਿਹੜੇ ਲੀਗੀ ਕੌਂਸਲਰ ਨੇ ਜਾਂ ਮੁਸਲਿਮ ਲੀਗ ਨੂਨ ਨਾਲ ਤਾਲੁਕ ਰੱਖਣ ਵਾਲੇ ਕੌਂਸਲਰ ਨੇ, ਸਾਰੀ ਗੱਲ ਆਪਣੇ ਆਪਣੇ ਇਲਾਕੇ 'ਚ ਬੜਾ ਅਸਰ ਸੂਕ ਰੱਖਦੇ ਨੇ। ਉਹਨਾਂ ਦੇ ਗਰੁੱਪ ਭੱਟੀ ਬਰਾਦਰਾਂ ਦਾ ਅਬਦੁਲ ਲਤੀਫ ਭੱਟੀ ਸਾਹਿਬ ਜਿਹੜੇ ਸਾਬਕ ਵਾਈਸ ਚੇਅਰਮੈਨ ਨੇ ਬਲਦੀਆ ਦੇ, ਔਰ ਅਬਦੁਲ ਵਹੀਦ ਭੱਟੀ ਸਾਹਿਬ ਸਾਬਕ ਕੌਂਸਲਰ, ਉਹਨਾਂ ਦੀ ਸਰਬਰਾਹੀ ਵਿੱਚ ਇੱਕ ਇਖਤਲਾਫ ਸਾਹਮਣੇ ਆਇਆ ਚੌਧਰੀ ਜਾਫਰ ਇਕਬਾਲ ਗੁੱਜਰ ਸਾਹਿਬ ਔਰ ਇਹਨਾਂ ਕੌਂਸਲਰਾਂ ਦੇ ਦਰਮਿਆਨ ਸੀ। ਉਸ ਦਿਨ ਇਕੱਠ ਹੋਇਆ, ਇਕੱਠ ਦੇ ਵਿੱਚ ਕਾਫੀ ਤਕਰੀਰਾਂ ਹੋਈਆਂ, ਜਾਫਰ ਸਾਹਿਬ ਦੇ ਖਿਲਾਫ ਕਾਫੀ ਤਕਰੀਰਾਂ ਕੀਤੀਆਂ ਗਈਆਂ ਔਰ ਇਹ ਵੀ ਕਿਹਾ ਗਿਆ ਕਿ ਜਾਫਰ ਸਾਹਿਬ ਨੂੰ ਅਸੀਂ ਇਲੈਕਸ਼ਨ ਲੜਨ ਵੀ ਨਹੀਂ ਦੇਵਾਂਗੇ ਔਰ ਜਿੱਤਣ ਵੀ ਨਹੀਂ ਦੇਵਾਂਗੇ। ਫਿਰ ਉਸ ਤੋਂ ਬਾਅਦ ਮੀਆਂ ਇਮਤਿਆਜ਼ ਸਾਹਿਬ ਜਿਹੜੇ ਦੂਸਰੇ ਧੜੇ ਨਾਲ ਤਾਲੁਕ ਰੱਖਦੇ ਨੇ, ਤਮਾਮ ਕੌਂਸਲਰ ਚੁੱਕੇ ਮੀਆਂ ਇਮਤਿਆਜ਼ ਦੇ ਬੜੇ ਕਲੋਜ਼ ਨੇ, ਉਹਨਾਂ ਦਾ ਇੱਕ ਇੰਟਰਵਿਊ ਆਇਆ ਕਿ ਚੌਧਰੀ ਜਾਫਰ ਸਾਹਿਬ ਨੇ ਮੇਰੇ ਨਾਲ ਧੋਖਾ ਵੀ ਕੀਤਾ ਸੀ ਮਾਜ਼ੀ ਦੇ ਵਿੱਚ। ਬਾਹਰ ਇਹਨਾਂ ਤਮਾਮ ਗੱਲਾਂ ਤੋਂ ਬਾਅਦ ਕੱਲ੍ਹ ਇੱਕ ਤਸਵੀਰ ਸਾਹਮਣੇ ਆਈ ਕਿ ਇੱਕ ਕਾਰਨਰ ਮੀਟਿੰਗ ਦੇ ਵਿੱਚ ਮੀਆਂ ਇਮਤਿਆਜ਼ ਸਾਹਿਬ ਔਰ ਉਮਰ ਜਾਫਰ ਸਾਹਿਬ ਔਰ ਉਹਨਾਂ ਦੇ ਨਾਲ ਅਬਦੁਲ ਲਤੀਫ ਭੱਟੀ ਸਾਹਿਬ ਵੀ ਬੈਠੇ ਸੀ ਔਰ ਇੱਕ ਹੀ ਕਾਰਨਰ ਮੀਟਿੰਗ ਦੋਨੇ ਲੋਕ ਜਿਹੜੇ ਖਿਤਾਬ ਵੀ ਫਰਮਾ ਰਹੇ ਸੀ, ਉਹ ਸਾਰੇ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੇ ਸੀ। ਔਰ ਇੱਕ ਹੋਰ ਤਸਵੀਰ ਸਾਹਮਣੇ ਆਈ ਜਿਹਦੇ ਵਿੱਚ ਅਬਦੁਲ ਲਤੀਫ ਭੱਟੀ ਸਾਹਿਬ ਕੋਈ ਡਰਾਈ ਫਰੂਟ ਵਗੈਰਾ ਵੀ ਪੇਸ਼ ਕਰ ਰਹੇ ਨੇ ਉਮਰ ਜਾਫਰ ਸਾਹਿਬ ਨੂੰ। ਇਹ ਤਸਵੀਰਾਂ ਜਦੋਂ ਸਾਹਮਣੇ ਆਈਆਂ ਤੇ ਲਾਮਹੱਲਾ ਪਾਰਟੀ ਦੇ ਅੰਦਰ ਲੋਕਾਂ ਨੇ ਪੁੱਛਿਆ ਹੋਏਗਾ ਵੀ ਕੱਲ੍ਹ ਤੱਕ ਤਾਂ ਅਸੀਂ ਤਕਰੀਰਾਂ ਕਰ ਰਹੇ ਸੀ ਉਮਰ ਜਾਫਰ ਔਰ ਜਾਫਰ ਇਕਬਾਲ ਗੁੱਜਰ ਦੇ ਖਿਲਾਫ, ਅੱਜ ਇਹ ਤੁਹਾਨੂੰ ਜਿਹੜੇ ਪਿਸਤੇ ਪੇਸ਼ ਕੀਤੇ ਜਾ ਰਹੇ ਨੇ, ਇਹ ਕੀ ਵਜ੍ਹਾ? ਇਸੇ ਚੀਜ਼ ਨੂੰ ਕਲੀਅਰ ਕਰਨ ਵਾਸਤੇ ਅੱਜ ਭੱਟੀ ਬਰਾਦਰਾਂ ਨੇ ਉਸ ਤੋਂ ਵੀ ਜ਼ਿਆਦਾ ਵੱਡਾ ਇਕੱਠ ਬੁਲਾ ਲਿਆ। ਸਭ ਦੋਸਤਾਂ ਕੋਲ ਮਦਦ ਕਰਦਾ, ਫਿਰ ਵੀ ਹਾਲਾਂਕਿ ਇੱਕ ਇਤਫਾਕਨ ਮਾਮਲਾ ਤਾਂ ਹੋਇਆ, ਅਸਾਂ ਆਪਣੇ ਲੀਡਰ ਦੇ ਵਜ੍ਹਾ ਨਾਲ ਹੋਇਆ, ਮੀਆਂ ਇਮਤਿਆਜ਼ ਸਾਹਿਬ ਦੀ ਵਜ੍ਹਾ ਨਾਲ। ਮੈਂ ਫਿਰ ਕਾਜੂ ਖਵਾ ਦੀ ਇਹ ਮਸਲਾ ਮੈਂ ਮੀਆਂ ਸਾਹਿਬ ਦੇ ਉਸ ਜਗ੍ਹਾ ਨਹੀਂ ਦੱਸ ਸਕਦਾ ਜਿੱਥੇ ਰੱਖੀ ਪਲੇਟ। ਉਹ ਤਸਵੀਰ ਦੱਸੇਗੀ ਕਿ ਉਹ ਚੁੱਕਦਾ ਕਿੱਥੋਂ ਪਿਆ, ਉਹਦੇ ਮੇਰਾ ਕਸੂਰ ਕੋਈ ਨਹੀਂ ਗਾ। फिर भी कसूर अगर दोस्त समझते हैं तो मैं माफी चाहता। मैं फैकल इलाके वाले भी आए हुए थे इस्तेमाल के लिए, मियाँ साहब के इस्तेमाल के लिए, तो ये आके मियाँ साहब के साथ बैठ गया, मियाँ साहब इकट्ठे बैठते हैं। फिर हम बाजार में ताज़ियत वास्ते जाना सीगा। मैं हालांकि मियाँ साहब को कान में दसिया, ਉਹਨੂੰ पता नहीं किवें पता लग गया, तो वह भी मियाँ साहब को कहन लगा कि मैं भी चलूँ। मियाँ साहब मुड़ की कहन कि ना चल, उन्होंने कहा चले चलो। ਇਹਦੇ ਬਾਵਜੂਦ ਮੈਂ ਟਾਊਨ ਹਾਲ ਵਾਲੀ ਮਸਜਿਦ ਕੋਲ ਨਮਾਜ਼ ਵਾਸਤੇ ਗੱਡੀਆਂ ਰੁਕਵਾਈਆਂ। ਮੈਂ ਕਿਹਾ ਕੀ ਪਤਾ ਇੱਥੇ ਟਲ ਜਾਣ, ਮਗਰ ਉਹ ਫਿਰ ਨਹੀਂ ਟਲੇ। ਜਦੋਂ ਮੀਆਂ ਸਾਹਿਬ ਗੱਡੀ ਵਿੱਚ ਬੈਠ ਗਿਆ, ਉਹ ਵੀ ਨਾਲ ਬੈਠ ਗਿਆ। ਮੈਂ ਉੱਥੇ ਕਿਹਾ ਮੀਆਂ ਸਾਹਿਬ ਤੁਹਾਡੀ ਅਜ਼ਮਤ ਨੂੰ ਸਲਾਮ ਹੈ, ਕਿਉਂਕਿ ਉਹਨੂੰ ਪਤਾ ਹੈ ਸਾਡੇ ਹੈ ਤੇ ਉਹਨੂੰ ਨਾਲ ਲੈ ਕੇ ਜਾ ਰਹੇ, ਤਾਂ ਕਰਕੇ ਮੈਂ ਇੱਕ ਮਜ਼ਾਕ ਕੀਤੀ ਮੀਆਂ ਸਾਹਿਬ ਨਾਲ। ਮੀਆਂ ਸਾਹਿਬ ਕਹਿਣ ਲੱਗੇ ਭੱਟੀ ਸਾਹਿਬ ਤੁਹਾਡੀ ਅਜ਼ਮਤ ਨੂੰ 2 ਦਫਾ ਸਲਾਮ ਹੈ। ਉਹ ਵੀ ਸਮਝ ਗਿਆ, ਅਸਾਂ ਉਹਨੂੰ ਸਮਝਦੇ ਸਾਂ ਹੈ ਪਾਗਲ ਹੈ ਉਹ, ਮਗਰ ਉਹਨੇ ਇਹ ਗੱਲ ਸਮਝ ਕੇ ਲਈ, ਉਹਨੇ ਇਹ ਗੱਲ ਸਮਝ ਲਈ। ਉਹ ਮੇਰੇ ਗੋਡਿਆਂ ਨੂੰ ਹੱਥ ਲਾ ਕੇ ਕਹਿੰਦਾ भट्टी साहब आप मेरे बड़े भाई हैं, मामले को ख़त्म करें, मेहरबानी करें। और ये जिस दिन का वाक़या है, मैं अब्दुल लतीफ भट्टी साहब और चौधरी अब्दुल वाहिद साहब मियाँ साहब के साथ थे और ड्राइव कर रहे थे गाड़ी को चौधरी हबीबुल्लाह साहब। जब ब्रिज के पल्ली साइड पे गए गरीब शाह वाली साइड पे, तो वहाँ उमर जाफर साहब 2-3 गाड़ियों पे वहाँ खड़े थे। तो जब वहाँ रुके हैं तो उमर जाफर साहब भाग के मियाँ इम्तियाज़ साहब की गाड़ी में आ गए।
तो हम चले गए वहाँ उसी जगह बस्ती कायमदीन। वो हमारे वोटर हैं, हमारा तल्लक है उनसे, बहुत पुराना तल्लक है। वो हमारी वजह से पहले ही वो मियां साहब से राब्ते में थे, किसी ने अभी ताज़ा शामिल नहीं करवाया उनको। तो वहाँ भट्टी साहब ने ये समझा, मैंने जो मुनासिब समझा, मैंने कहा भट्टी साहब बैठे, क्योंकि मैं सफेद पोश आदमी हूँ, मैं ये दावते नहीं जुर्माना नहीं भर सकता था। तो मैंने मुनासिब समझा कि भट्टी साहब बड़े हैं, यही उसी साइड पे बैठे। तो भट्टी साहब उस साइड पे बैठ गए। उसके बाद वहाँ से हम गए हैं एक फौतगी पे फातिहा के लिए। आप यकीन करें वहाँ ये बात हुई है कि वापस आए हैं वहाँ से, तो भट्टी साहब ने कहा कि मियाँ साहब तुसी सारिਆਂ ਨੂੰ ਜਾਣਦੇ ਹੋ, ਹਰ ਕਿਸੇ ਦਾ ਤੁਸੀਂ ਨਾਂ ਲੈ ਕੇ ਤੁਸੀਂ ਪੁੱਛਿਆ। ਮੀਆਂ ਸਾਹਿਬ ਕਹਿੰਦੇ ਮੈਂ ਇਹਨਾਂ ਨੂੰ ਨਹੀਂ ਜਾਣਦਾ, ਮੈਂ ਇਹਨਾਂ ਦੇ ਬੱਚਿਆਂ ਨੂੰ ਵੀ ਜਾਣਦਾ, ਮੈਂ ਇਹਨਾਂ ਦੀਆਂ ਘਰ ਵਾਲੀਆਂ ਨੂੰ ਵੀ ਜਾਣਦਾ, ਮੈਨੂੰ ਉਹਨਾਂ ਦਾ ਵੀ ਨਾਮ ਆਉਂਦਾ। ਇੰਨਾ ਰਾਬਤਾ ਉਸ ਵੇਲੇ ਵੀ ਉਮਰ ਜਾਫਰ ਸਾਹਿਬ ਉਸੇ ਹੀ ਗੱਡੀ 'ਚ ਬੈਠੇ ਸੀ। ਉਹਨਾਂ ਨੂੰ ਕਮ ਅਜ਼ ਕਮ ਕੁਛ ਤੇ ਮੈਂ ਹੁਣ ਲਫ਼ਜ਼ ਨਹੀਂ ਇਸਤੇਮਾਲ ਕਰਦਾ ਕਿ ਕੀ ਚਾਹੀਦਾ ਸੀ। ਮੇਰੇ ਯਕੀਨ ਕਰੋ ਕਿ ਮੇਰੇ ਹਲਕੇ 'ਚ ਹਮੇਸ਼ਾ 30 ਸਾਲ ਤੋਂ ਅਸੀਂ ਉਹਨਾਂ ਨੂੰ ਵੋਟ ਦਿੱਤੇ ਆ। 1 ਰੁਪਏ ਦਾ ਕਦੀ ਫੰਡ ਨਹੀਂ ਲਿਆ ਤੇ ਨਾ ਅਸੀਂ ਉਹਨਾਂ ਕੋਲ ਤਵੱਕਰ ਰੱਖੀ ਕਿ ਫੰਡ ਸਾਨੂੰ ਦੇਣਗੇ। ਤੇ ਉਹ ਆਇਆ 4 ਸਾਲ ਦੇ ਵਿੱਚ 5 ਸਾਲ ਦੇ ਵਿੱਚ ਉਹ ਸਾਬਤ ਕਰ ਦੇਣ ਕਿਸੇ ਦੀ ਖੁਸ਼ੀ ਕਿਸੇ ਦੀ ਗਮੀ ਤੇ ਉਹ ਸਾਡੇ ਉੱਥੇ ਹਲਕੇ 'ਚ ਆਇਆ। ਕਿਸ ਤਰ੍ਹਾਂ ਵੋਟ ਮੰਗੀ ਹੈ ਉਹਨਾਂ ਲਈ, ਅਸੀਂ ਕਿਵੇਂ ਲੋਕਾਂ ਦੇ ਤਰਲੇ ਕਰੀਏ, ਹਰ ਵਾਰੀ ਇਲੈਕਸ਼ਨ ਆ ਜਾਂਦਾ ਤੇ ਕਿਵੇਂ ਵੋਟ ਮੰਗੀ ਹੈ ਅਸੀਂ। ਉਹ ਮੈਨੂੰ ਸਾਬਤ ਕਰ ਦੇਣ ਕਿ ਕਿਸੇ ਦੀ ਖੁਸ਼ੀ ਗਮੀ ਤੇ ਆਏ ਆ ਤੇ ਮੈਂ ਜਨਾਬ ਉਹ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਾਫੀ ਮੰਗਾਂਗਾ, ਉਹਨਾਂ ਦੇ ਘਰ ਜਾ ਕੇ। ਉਹਨਾਂ ਖਾਣੇ ਖਿਲਾਏ ਜਾ ਰਹੇ ਨੇ, ਦਫ਼ਤਰ ਦਿੱਤੇ ਜਾ ਰਹੇ ਨੇ, ਜਿਹਦੇ ਵਿੱਚ ਤਕਰੀਬਨ ਜਿਹੜੇ ਉੱਥੇ ਲੀਗੀ ਕੌਂਸਲਰ ਦੇ ਮੁਤਾਬਕ ਕੋਈ 20 ਤੋਂ 25 ਕੌਂਸਲਰਸ ਔਰ ਉਸ ਤੋਂ ਇਲਾਵਾ ਮੁਸਲਿਮ ਲੀਗ ਨੂਨ ਦੇ ਜਿਹੜੇ ਮੁਤਹਰਕ ਲੱਗੇ ਲੋਕ ਨੇ ਇੱਥੇ ਜਿਹੜੇ ਬੰਦੇ ਨੇ ਜਿਹੜੇ ਖਾਸ ਤੌਰ 'ਤੇ ਮੀਆਂ ਇਮਤਿਆਜ਼ ਨੂੰ ਬੜਾ ਸਪੋਰਟ ਕਰਦੇ ਨੇ, ਉਹ ਲੋਕ ਜਿਹੜੇ ਉਹ ਵੀ ਉਹ ਸ਼ਾਮਲ ਸੀ। ਔਰ ਅੱਜ ਵੀ ਉੱਦਾਂ ਦੀਆਂ ਹੀ ਤਕਰੀਬਨ ਹੋਈਆਂ। ਔਰ ਇਹ ਗੱਲ ਕਲੀਅਰ ਕੀਤੀ ਗਈ ਕਿ ਉਮਰ ਜਾਫਰ ਸਾਹਿਬ ਸਾਡੀ ਜਿਹੜੀ ਗੱਡੀ ਦੇ ਵਿੱਚ ਆ ਕੇ ਬੈਠ ਗਏ ਸੀ। ਉਹਨਾਂ ਦੇ ਕੌਂਸਲਰ ਨੇ ਚੌਧਰੀ ਰਫੀਕ ਸਾਹਿਬ ਔਰ ਬਹੁਤ ਹੀ ਅੱਛੇ ਔਰ ਬੜੇ ਨਫੀਸ ਇਨਸਾਨ ਨੇ। ਉਹਨਾਂ ਨੇ ਤਕਰੀਰ 'ਚ ਦੱਸਿਆ ਵੀ ਅਸੀਂ ਚੁੱਕੇ ਅਸੀਂ ਗੱਡੀ ਜਾ ਰਹੇ ਸੀ ਮੀਆਂ ਇਮਤਿਆਜ਼ ਸਾਹਿਬ ਦੇ ਨਾਲ ਇੱਕ ਕਾਰਨਰ ਮੀਟਿੰਗ ਵਿੱਚ, ਅਤੇ ਉਮਰ ਜਾਫਰ ਸਾਹਿਬ ਪਹਿਲੇ ਤੋਂ ਮੌਜੂਦ ਸੀ। ਉਹ ਗੱਡੀ 'ਚ ਆ ਕੇ ਬੈਠ ਗਏ ਔਰ ਉਸ ਵਿੱਚ ਸ਼ਾਮਲ ਹੋ ਗਿਆ, ਜਦਕਿ ਸਾਨੂੰ ਨਹੀਂ ਸੀ ਪਤਾ ਕਿ ਉਮਰ ਜਾਫਰ ਸਾਹਿਬ ਉੱਥੇ ਆ ਰਹੇ। ਜਦਕਿ ਭੱਟੀ ਸਾਹਿਬ ਵੀ ਨਾਲ ਸੀ, ਅਬਦੁਲ ਲਤੀਫ ਭੱਟੀ ਸਾਹਿਬ, ਉਹਨਾਂ ਨੇ ਕਿਹਾ ਕਿ ਇਤਫਾਕਨ ਐਸਾ ਹੋਇਆ ਵਰਨਾ ਸਾਡੀ ਜਾਫਰ ਇਕਬਾਲ ਗੁੱਜਰ ਨਾਲ ਕੋਈ ਸੁਲ੍ਹਾ ਨਹੀਂ ਹੈ। ਅੱਜ ਦੀ ਜਿਹੜੇ ਤਕਰੀਰ ਨਾਲ ਲੱਭੇ ਲਬਾਬ ਸੀ, ਜਿਹਦੇ ਵਿੱਚ ਖਾਸ ਤੌਰ 'ਤੇ ਚੌਧਰੀ ਰਫੀਕ ਸਾਹਿਬ ਨੇ ਜਿਹੜੀ ਤਕਰੀਰ ਕੀਤੀ ਹੈ, ਉਹਨੇ ਕਿਹਾ ਅਸੀਂ ਥੱਕ ਗਏ ਹਾਂ ਚੌਧਰੀ ਜਾਫਰ ਇਕਬਾਲ ਵਾਸਤੇ ਵੋਟ ਮੰਗ ਕੇ। ਮੁਸਲਿਮ ਲੀਗ ਨੂਨ ਸਾਡੀ ਜਮਾਤ ਹੈ, ਜਦਕਿ ਜਾਫਰ ਇਕਬਾਲ ਗੁੱਜਰ ਸਾਹਿਬ ਚੁੱਕੇ ਇੱਥੇ ਹੁੰਦੇ ਹੀ ਨਹੀਂ, ਉਹ ਲੋਕਾਂ ਨਾਲ ਰਬਤ ਨਹੀਂ ਰੱਖਦੇ, ਕਿਸੇ ਨੇ ਮਰਨ ਜੀਣ 'ਤੇ ਨਹੀਂ ਜਾਂਦੇ। ਇਸ ਵਾਸਤੇ ਉਹਨਾਂ ਵਾਸਤੇ ਵੋਟ ਮੰਗਣਾ ਸਾਡੇ ਵਾਸਤੇ ਹੁਣ ਬੜਾ ਮੁਸ਼ਕਿਲ ਹੈ ਔਰ ਅਸੀਂ ਲੋਕਾਂ ਨੂੰ ਮੋਟੀਵੇਟ ਨਹੀਂ ਕਰ ਸਕਦੇ ਕਿ ਉਮਰ ਜਾਫਰ ਸਾਹਿਬ ਨੂੰ ਵੋਟ ਦਿਓ, ਲਿਹਾਜ਼ਾ ਸਾਡੀ ਤੋਂ ਜਾਨ ਛੁਡਾਈ ਜਾਵੇ। ਅੱਜ ਦਾ ਜਿਹੜਾ ਇਕੱਠ ਹੋਇਆ, ਜਿਹੜੇ ਲੀਗੀ ਸਾਰੇ ਕੌਂਸਲਰ ਸੀ, ਉਹਨਾਂ ਨੇ ਆਪਣੀ ਤਕਰੀਰਾਂ ਵਿੱਚ ਕੀ ਕਿਹਾ, ਥੋੜ੍ਹਾ ਮੁਖਤਸਰ ਜਾਇਜ਼ਾ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਸਵਰਾਂ ਦੇ ਪਿੱਛੇ ਵੀ ਵੋਟ ਹੈ ਨਾ, ਇਹਨਾਂ ਦਾ ਵਤਨ ਹੈ। ਅਗਰ ਇਹ ਹਕੀਕਤਾਂ ਨਹੀਂ ਜਾਫਰਾਬਾਦ ਨੂੰ ਖੈਰਬਾਦ ਕਹਿਣਾ ਚਾਹੁੰਦੇ ਨੇ, ਐਡਵਾਂਸ ਮੁਬਾਰਕ, ਵੈਰੀ ਗੁੱਡ। ਔਰ ਉਮਰ ਜਾਫਰ ਹਰ ਚੁੱਕਿਆ ਹੈ ਮੇਰਾ ਵਾਅਦਾ ਅਨੀਪ ਪਬਲਿਕ ਦੇ ਵਿੱਚ, ਔਰ ਉਹ ਨਾਕਾਮ ਹੋ ਚੁੱਕਿਆ ਹੈ। ਲੈਣਾ ਸੀ ਕਿਉਂਕਿ ਸਾਡਾ ذاتی ਤੌਰ ਤੇ ਬੈਸੀ ਦਾ ਨਿਮਨ ਤਾਜਰਾਨ ਅੱਜ ਤੱਕ ਵੀ ਤਾਰਫ ਨਹੀਂ ਹੈਗਾ ਜਾਫਰਾਬਾਦ ਦੇ ਨਾਲ, ਨਾ ਅੱਜ ਤੱਕ ਅੱਲਾਹ ਤਾਲਾ ਨੇ ਉਹਨਾਂ ਨਾਲ ਕੰਮ ਕਰਾਇਆ। ਜਨਾਜ਼ੇ ਤੇ ਉਹ ਆਉਂਦੇ ਤੇ ਜਨਾਜ਼ੇ ਤੇ ਅਸੀਂ ਉਹਨਾਂ ਦੇ ਜਾਣਾ, ਬਾਕੀ ਹੋਰ ਸਾਡਾ ਉਹਨਾਂ ਨਾਲ ਕੋਈ ਤਾਰਫ ਨਹੀਂ। ਇਸ ਵਾਸਤੇ ਬਾਕੀ ਜਿਹੜੇ ਸਾਰੇ ਦੋਸਤ ਨੇ ਕੌਂਸਲਰ ਹਜ਼ਰਾਤ ਸਾਡੇ, ਅਸੀਂ ਉਹਨਾਂ ਦੇ ਨਾਲ ਹਰ ਜਗ੍ਹਾ ਤੇ खड़े। मुझे इस बात की समझ नहीं आती, अगर हम जाफर साहब से ये रिक्वेस्ट करें, उनसे ये कहें कि आप पब्लिक लीडर बन जाएं, लोगों से मिलें, पूरा हफ्ता अपना दरवाज़ा खोला रखें, लोगों को शनाख्त परेड ना कराएं, अपने सेक्रेटरियों से फ़ोन ना करें। ये मुझे ये बताओ कि जाफर साहब के लिए अच्छा है या बुरा है? वो क्लेम करते हैं कि मैं मरकज़ी लीडर हूँ, इसमें कोई शक भी नहीं है। वो कहते हैं मैं नवाज शरीफ के करीब हूँ। आप मुझे ये बताएं कि अगर ये 262 आपके रवैये और बिहेव की वजह से कमज़ोर होगी, इसमें नवाज शरीफ की मजबूती होगी या हमारी आपकी मजबूती होगी? आप ये देखें कि आप कहते हैं रस्म व रिवाज, आपके इर्द गिर्द जो लोग हैं जिनके पास कबीले की ताकत भी है, लोगों की PR भी है, वो लोगों से सुबह से शाम तक रात के 1 बजे तक लोगों से रब्ता रखते हैं। और मेरे और आपसे लोगों को रब्ता, आपसे किसी को शिकवा क्या है?
कभी आप जाफर साहब ये बात सोचें, आपसे शिकवा क्या है? और मुसलसल एक दफ़ा नहीं, मुसलसल 16 साल से लोगों को शिकवा ये है कि आपका प्रोटोकॉल ख़त्म नहीं हो रहा, आप कॉमन लोगों को एक्सेस नहीं है, और आप लोगों से मिलना बहुत मुश्किल है। आप लोग पब्लिक लीडर्स का आपका जो किरदार है पब्लिक लीडर वाला नहीं है। आप, मैं ये समझता हूँ, वो लोग जो आपको कहते हैं ना, नहीं ओके नहीं, इस दफ़ा ये बात नहीं है जाफर साहब, इस दफ़ा सियासी हालात भी मुख्तलिफ हैं और कैंडिडेचर्स भी मुख्तलिफ हैं। पाकिस्तान मुस्लिम नून पे रहम किया जाए और मियाँ हमारे कायद मियाँ नवाज शरीफ पे रहम करके पार्टी को मजबूत किया जाए, पब्लिक लीडरशिप अडॉप्ट की जाए, लोगों के मसाइल सुने जाएं और लोगों को रिस्पेक्ट दी जाए। लोगों के जहन में ये है कि हम भी, जितनी नालायकी भी है हम में, हम निकल जाएंगे, लेकिन वो उनकी भूल है बेटे, जिसको हम चाहेंगे। तो इस बार हमने फैसला करना है इंशाअल्लाह कि हमने किसको जितवाना है और किसके साथ खड़े होना है, और तगड़े होके खड़े होंगे इंशाअल्लाह, और शहर की बेहतरी और अपने इलाके की बेहतरी के लिए उस कैंडिडेट को जितवाएंगे जो शहर से होगा, शहर का रखवाला होगा, शहर का खिदमतगार होगा और इंशाअल्लाह शहर में रहने वाला होगा। कि जाफर के घर से एक एक बंदे को रोका गया, एक एक बंदे को 20-20 टेलीफोन आए हैं। शर्म आनी चाहिए, शर्म आनी चाहिए। हमारे पास कोई ओहदा नहीं है इस टाइम, हम जितने दोस्त बैठे हैं किसी के पास कोई ओहदा नहीं है, लेकिन इसके बावजूद 20 काउंसलर यहाँ बैठे हैं। एक बार दिखाओ राणा साहब, सारे काउंसलर दिखाओ, अपना मोनी साहब तुसी भी है, सारे काउंसलर तोड़ तक दिखाओ, देख लें। हमजा मियाँ हमजा खालिद साहब भी यहाँ मौजूद थे, बच्चों को लेके हैं। इशफाक रशीद साहब और हमजा खालिद साहब दोनों तकरीर करके गए यहाँ, दोनों यहाँ तकरीर करके गए, तो वो भी यहाँ मौजूद हैं। ये बाकी काउंसलर अभी हमने नहीं बुलाया, जिस तरह आप दौर लगा रहे हो ना रोकने पे, जिस दिन हमने बुलाया तो फिर आपको पता चलेगा कितने काउंसलर यहाँ मौजूद हैं। आप बस्ती रसूलपुर गए, अब खबरें क्या लग रही हैं, उसमें मियाँ इम्तियाज साहब का नाम ही नहीं है, जबकि उन्होंने बुलाया मियाँ इम्तियाज साहब को है। गुजर होने के बावजूद उन्होंने मियाँ इम्तियाज साहब को बुलाया है। मैं भी वहाँ मौजूद हूँ, तो रफीक साहब भी पीसीओ टेलीफोन आए उनके कि जी मियाँ साहब आप पे आना है। उन्होंने खबरें क्या लगवाई आप देखें, आज पेज भरे हुए हैं कि भी वो जनाब इन्हें गुजरों को बुलाया, उन्होंने 262 की हमायत का ऐलान किया, जबकि ऐसा कुछ नहीं है। आपको गुजारिश कर दूं कि आने वाला इलेक्शन इंशाअल्लाह हमारा इलेक्शन है, हमारा मुस्लिम लीग ही जीतेंगे इंशाअल्लाह, और ये नहीं जीतेंगे। ये बैठे इस्लामाबाद जिस तरह ये बैठते 10 बस्ता मियाँ इम्तियाज साहब ने गुजारिश करेंगे कि विनिंग कैंडिडेट को आप सामने लाएं, अपने आप पे बोझ ना बनाएं, बोझ ना उठाएं किसी ऐसे कैंडिडेट का जो चल भी नहीं सकता, जो बोल भी नहीं सकता। उनसे तो हम खुद तकड़े अल्लाह ताला की रहमत से। जैसे आपने कहा असमार अकरम साहब, हम भी आपके साथ हैं, सब आपके साथ हैं, और आप फैसला करेंगे इंशाअल्लाह, हम आपके पीछे खड़े होंगे। आप करें फैसला, और हम आला क़यादत से भी गुजारिश करेंगे कि अवामी लीडर दे और अवामी नुमाइंदा दे। अब भी लोग हमें ये ताने देते हैं कि इसको महला कानून में खड़े कर दो, 5 तक नहीं जा सकेगा। यार ये क्या मजाक है हमारे साथ कि एक एक काउंसलर को 10-10 टेलीफोन करने के बाद भी ये लोग आए हुए हैं। अब्दुल लतीफ भट्टी साहब यहाँ मौजूद हैं, जफर यासीन साहब आपका भी शुक्रगुजार हूँ, आप तशरीफ लाए। मियाँ असमार अकरम साहब आपका भी शुक्रगुजार हूँ। मियाँ हमजा खालिद साहब तकरीर करके वो बच्चों को लेने चले गए। तोकीर खान साहब मौजूद हैं यहाँ, राना मोहम्मद उस्मान साहब मौजूद हैं, हमारे साथ बैठे हैं। चौधरी अब्दुल वाहिद साहब तशरीफ रखते हैं, चौधरी मोहम्मद अमीन साहब तशरीफ रखते हैं, अब्दुल वहीद भट्टी मैं मौजूद हूँ यहाँ, मियाँ मोहम्मद नदीम चंदा साहब, अब्दुल अजीज साहब नुमाइंदगी की कर रहे हैं, हमारी बहन मिसिस शकीला साहबा की हमारे काउंसलर रही हैं, इनकी नुमाइंदगी कर रहे हैं। हाजी मोहम्मद जमील साहब यहाँ मौजूद हैं, जहर इकराम साहब तशरीफ रखते हैं, साबिक काउंसलर हैं। माजिद शाह साहब सामने बैठे हैं, हाफिज मोहम्मद अरशद साहब सामने तशरीफ रखते हैं। राना नेक मोहम्मद साहब ये बैठे हैं इधर, ये जफर यासीन साहब के साथ। इसके अलावा राना गौस साहब तशरीफ रखते हैं, हाजी मुख्तियार बब्बी साहब तशरीफ रखते हैं,
जवेद चौधरी जवेद पीना साहब साबिक कौंसलर तशरीफ रखते हैं, मोहम्मद शफीक साहब तशरीफ रखते हैं, माजिद साहब का नाम ले लिया, चौधरी मोहम्मद रफीक साहब जो हम सब पे भारी हैं, उनका नाम भूल गया, मैं माफी चाहता हूँ, चौधरी शफीक साहब का दे दिया, फुरकान अकरम साहब तशरीफ रखते हैं, इशफाक रशीद साहब तकरीर करके चले गए हैं, अलादाद साहब तशरीफ रखते हैं, वकास रफीक साहब तशरीफ रखते हैं, बाबा टीपू साहब तशरीफ रखते हैं, राणा सिजाद अहमद साहब तशरीफ रखते हैं। ਤਕਰੀਰਾਂ ਤੁਸੀਂ ਸੁਣ ਲਈਆਂ। ਇਹਦੇ ਵਿੱਚ ਸਾਰੀ ਗੱਲ ਅਬਦੁਲ ਲਤੀਫ ਭੱਟੀ ਸਾਹਿਬ ਤੇ ਤਕਰੀਰ ਫਰਮਾ ਹੀ ਰਹੇ ਨੇ, ਕਿਉਂਕਿ ਇਹਨਾਂ ਦੇ ਬਾਰੇ 'ਚ ਲੋਕ ਕਹਿੰਦੇ ਨੇ ਜਾਫਰ ਇਕਬਾਲ ਗੁੱਜਰ ਸਾਹਿਬ ਦੇ ਕਲੋਜ਼ ਬੰਦੇ ਸੀ, ਔਰ ਬਿਲਾਸ਼ੁਬਾ ਵਾਈਸ ਚੇਅਰਮੈਨ ਬਣੇ ਸੀ ਉਦੋਂ ਜਾਫਰ ਇਕਬਾਲ ਗੁੱਜਰ ਸਾਹਿਬ ਨੇ ਇਹਨਾਂ ਨੂੰ ਨਾਮਜ਼ਦ ਕੀਤਾ ਸੀ। ਲੇਕਿਨ ਦੂਸਰੇ ਇੱਕ ਹੋਰ ਨੇ ਰਾਣਾ ਉਸਮਾਨ ਅਰਸ਼ਦ, ਇਹ ਨੌਜਵਾਨ ਲੜਕਾ, ਇਹ ਵੀ ਕੌਂਸਲਰ ਮੁੰਤਖਬ ਹੋਇਆ ਸੀ, ਔਰ ਜਦੋਂ ਕੌਂਸਲਰ ਇਲੈਕਸ਼ਨ ਲੜ ਰਿਹਾ ਸੀ ਉਸ ਵਕਤ ਮੀਆਂ ਇਮਤਿਆਜ਼ ਸਾਹਿਬ ਨੇ ਇਹਨਾਂ ਦੇ ਮੁਖਾਲਿਫ ਇੱਕ ਉਮੀਦਵਾਰ ਸੀ ਜਿਹਨੂੰ ਟਿਕਟ ਦਿੱਤੀ ਮੁਸਲਿਮ ਲੀਗ ਨੂਨ ਦੀ, ਔਰ ਉਹਨਾਂ ਦਾ ਸਪੋਰਟ ਕਰ ਰਹੇ ਨੇ, ਜਦਕਿ ਇਹ ਆਜ਼ਾਦ ਹੈਸੀਅਤ ਦੇ ਵਿੱਚ ਜਾਫਰ ਇਕਬਾਲ ਗੁੱਜਰ ਸਾਹਿਬ ਦੀ ਸਪੋਰਟ ਦੇ ਨਾਲ ਇਲੈਕਸ਼ਨ ਜਿੱਤ ਗਏ ਸੀ। ਜਿਹੜਾ ਇਸ ਗੱਲ ਦਾ ਤਮਾਮ ਦਾ ਲੁਬੇ ਲਬਾਬ ਹੈ ਜਾਂ ਇੱਕ ਖੁਲਾਸਾ ਹੈ ਜਾਂ ਸੈਂਟਰਲ ਆਈਡੀਆ ਮੈਨੂੰ ਮਿਲਿਆ ਕਿ ਜਿਹੜਾ ਕੌਂਸਲਰਸ ਨੇ ਗੱਲ ਕਹੀ ਹੈ ਕਿ ਅਸੀਂ ਉਹਨੂੰ ਵੋਟ ਦੇਵਾਂਗੇ ਜਿਹੜਾ ਇਸ ਸ਼ਹਿਰ ਵਿੱਚ ਰਹਿੰਦਾ ਹੋਏਗਾ, ਅਸੀਂ ਉਹਨੂੰ ਵੋਟ ਦੇਵਾਂਗੇ ਜਿਹਨੂੰ ਲੋਕ ਇੱਥੋਂ ਚਾਹੁੰਦੇ ਹੋਣਗੇ, ਜਿਹਨੂੰ ਲੋਕ ਵੋਟ ਦੇਣਗੇ, ਜਿਹੜਾ ਲੋਕਾਂ 'ਚ ਪਾਪੂਲਰ ਹੋਏਗਾ। ਜ਼ਾਰੀ ਗੱਲ ਹੈ ਅਸਲ ਮੁਸਲਿਮ ਲੀਗ ਨੂਨ ਕੋ ਤੇ ਉਮਰ ਜਾਫਰ ਸਾਹਿਬ ਹੀ ਹੈ ਨਾ, ਔਰ ਅਗਰ ਉਹਦੇ ਮੁਕਾਬਲੇ 'ਚ ਹੈ ਨਾ ਤਾਂ ਜ਼ਾਰੀ ਗੱਲ ਫਿਰ ਉਹ ਇਜਾਜ਼ ਅਮਰ ਸਾਹਿਬ ਨੇ, ਔਰ ਇਜਾਜ਼ ਅਮਰ ਸਾਹਿਬ ਜਿਹੜੇ ਹਨ ਉਹ ਆਜ਼ਾਦ ਹੈਸੀਅਤ ਇਲੈਕਸ਼ਨ ਲੜਨਗੇ। ਇਹਦਾ ਮਤਲਬ ਨਜ਼ਰ ਆ ਰਿਹਾ ਵੀ ਜਿਹੜਾ ਮੀਆਂ ਇਮਤਿਆਜ਼ ਦਾ ਜਿਹੜਾ ਧੜਾ ਹੈ, ਜਿਹੜੇ ਲੋਕ ਮੀਆਂ ਇਮਤਿਆਜ਼ ਦੇ ਕਲੋਜ਼ ਲੋਕ ਨੇ ਖਾਸ ਤੌਰ 'ਤੇ, ਇਹ ਸਾਰੇ ਲੋਕ ਜਾਫਰ ਇਕਬਾਲ ਗੁੱਜਰ ਦੇ ਬੇਟੇ ਉਮਰ ਜਾਫਰ ਨੂੰ ਵੋਟ ਦੇਣ ਦੇ ਬਜਾਏ ਇਹ ਚਾਹ ਰਹੇ ਨੇ ਕਿ ਅਸੀਂ ਸਾਰੇ ਵੋਟ ਜਿਹੜੇ ਹੈ ਉਹ ਮੀਆਂ ਇਜਾਜ਼ ਅਮਰ ਸਾਹਿਬ ਨੂੰ ਦੇ ਦਈਏ, ਕਿਉਂਕਿ ਉਹ ਇਸ ਵਕਤ ਪਾਪੂਲਰ ਵੀ ਨਹੀਂ ਔਰ ਇੱਥੇ ਰਹਿੰਦੇ ਵੀ ਨਹੀਂ ਔਰ ਆਵਾਮ ਦੇ ਕੰਮ ਵੀ ਹੁੰਦੇ ਨੇ। ਬੜੇ ਕੁਛ ਦਿਨਾਂ ਤੋਂ ਜਾਰੀ ਜਿਹੜੀ ਜੰਗ ਹੈ ਕੌਂਸਲਰ ਔਰ ਜਾਫਰ ਇਕਬਾਲ ਗੁੱਜਰ ਸਾਹਿਬ ਦੇ ਗਰੁੱਪ ਦੇ ਦਰਮਿਆਨ, ਔਰ ਉਸ ਤੋਂ ਬਾਅਦ ਮੀਆਂ ਇਮਤਿਆਜ਼ ਸਾਹਿਬ ਦਾ ਬਿਆਨ, ਉਸ ਤੋਂ ਬਾਅਦ ਅੱਜ ਦੀ ਜਿਹੜੀ ਮੀਟਿੰਗ ਹੈ ਜਿਹਦੇ ਵਿੱਚ ਸਾਰੀ ਗੱਲ ਅੱਛਾ ਖਾਸਾ ਖਰਚਾ ਵੀ ਕੀਤਾ ਗਿਆ, ਖਾਣਾ ਲੋਕਾਂ ਨੂੰ ਖਵਾਇਆ ਗਿਆ, ਔਰ ਇੱਕ ਜ਼ਿਆਦਾ ਤਾਦਾਦ ਵਿੱਚ ਕੌਂਸਲਰ ਲੋਕ ਇਕੱਠੇ ਕੀਤੇ ਗਏ, ਔਰ ਇਹ ਵੀ ਐਲਾਨ ਕੀਤਾ ਗਿਆ ਵੀ ਆਇੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਤਾਦਾਦ ਲੋਕ ਇਕੱਠੇ ਕਰੇ ਜਾਣਗੇ। ਉਹਦੇ ਵਿੱਚ ਸ਼ਾਇਦ ਇਹ ਤਾਂ ਨਾ ਕਿਹਾ ਜਾਵੇ ਕਿ ਲੋਕਾਂ ਨੂੰ ਚਾਹੀਦਾ ਕਿ ਨਵਾਜ਼ ਸ਼ਰੀਫ ਨੂੰ ਵੋਟ ਦੇਣ ਔਰ ਇਸ ਮੁਲਕ ਨੂੰ ਸੰਵਾਰਨ ਵਾਸਤੇ ਨਵਾਜ਼ ਸ਼ਰੀਫ ਨੂੰ ਵੋਟ ਦੇਣ, ਲੇਕਿਨ ਇਹ ਜ਼ਰੂਰ ਕਿਹਾ ਜਾਏਗਾ ਕਿ ਇਸ ਮੁਲਕ ਨੂੰ ਸੰਵਾਰਨ ਵਾਸਤੇ ਉਮਰ ਜਾਫਰ ਇਕਬਾਲ ਗੁੱਜਰ ਨੂੰ ਵੋਟ ਨਾ ਦਿਓ। ਇਹ ਮੁਸਲਿਮ ਲੀਗ ਨੂਨ ਦੇ ਵਿੱਚ ਇਹ ਜਿਹੜੀ ਧੜੇਬਾਜ਼ੀ ਹੈ ਇਹ ਆਇੰਦਾ ਆਉਣ ਵਾਲੇ ਦਿਨਾਂ 'ਚ ਕੀ ਰੁਖ ਅਖਤਿਆਰ ਕਰਦੀ ਹੈ, ਮੀਆਂ ਇਮਤਿਆਜ਼ ਸਾਹਿਬ ਆਪਣਾ ਕੀ ਕਿਰਦਾਰ ਅਦਾ ਕਰਦੇ ਨੇ, ਇਹ ਤਾਂ ਆਉਣ ਵਾਲੇ ਦਿਨਾਂ 'ਚ ਵੇਖਿਆ ਜਾਏਗਾ। ਬਹਰਹਾਲ ਅੱਜ ਦੀ ਗੱਲ ਇੰਨੀ ਹੀ, ਅੱਛੀ ਲੱਗੇ ਤਾਂ ਸ਼ੇਅਰ ਕਰ ਦੇਣਾ। ਤੁਹਾਡਾ ਸੁਣਨ ਔਰ ਦੇਖਣ ਦਾ ਸ਼ੁਕਰੀਆ।